ਜੈਤ ਸਰੀ ਬਾਣੀ ਭਗਤਾਂ ਕੀ, ਇਕ ਓੰਕਾਰ ਸਤਿਗੁਰ ਪ੍ਰਸਾਦ। ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ। ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ। ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਜਤ ਦੇਖੋ ਤਤ ਦੁਖ ਕੀ ਰਾਸੀ, ਅਜਉ ਨਾ ਪਤਿਆਏ ਨਿਗਮ ਭੈ ਸਾਖੀ। ਗੋਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਸ ਭਗ ਗਾਮੀ। ਇਨ ਦੂਤਨ ਖਾਲ ਬਧ ਕਰ ਮਾਰਿਓ, ਬਡੋ ਨਿਲਾਜ ਅਜਹੂ ਨਹੀਂ ਹਾਰਿਓ। ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ। ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਜੀ ਨੇ ਬੜੇ ਪ੍ਰੇਮ ਸਹਿਤ ਗੁਰਬਾਣੀ ਦੇ ਕੀਰਤਨ ਅਤੇ ਪਾਠ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਉਪਰੰਤ ਆਪ ਜੀ ਨੇ ਭਗਤ ਰਵਿਦਾਸ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 710 ਉੱਪਰ ਜੋ ਸੁਭਾਇਮਾਨ ਹੈ, ਰਾਗ ਜੈਤਸਰੀ ਦੇ ਵਿੱਚ ਕੇਵਲ ਭਗਤ ਬਾਣੀ ਵਿੱਚ ਇਹ ਇੱਕੋ ਹੀ ਸ਼ਬਦ, ਉਹ ਵੀ ਭਗਤ ਰਵਿਦਾਸ ਸਾਹਿਬ ਜੀ ਦਾ ਹੈ, ਦਰਜ ਹੈ। ਸ਼ਬਦ ਦਾ ਸਿਰਲੇਖ ਹੈ ਜੈਤਸਰੀ। ਜੈਤਸਰੀ ਰਾਗ ਦਾ ਨਾਮ ਹੈ ਬਾਣੀ ਭਗਤਾਂ ਕੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਉਚਾਰਨ ਕੀਤੀ ਹੋਈ ਵਾਰ ਸਮਾਪਤ ਹੋਈ ਹੈ। ਇਸ ਤੋਂ ਬਾਅਦ ਭਗਤ ਬਾਣੀ ਦਾ ਸ਼ਬਦ ਦਰਜ ਹੈ। ਸੰਖੇਪ ਮੰਗਲਾਚਰਨ ਦਰਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਇੱਕ ਹੈ। ਇੱਕ ਰਸ ਸਾਰੀ ਕਾਇਨਾਤ ਦੇ ਵਿੱਚ, ਕੁਦਰਤ ਵਿੱਚ ਰਮਿਆ ਵਸਿਆ ਸਮਾਇਆ ਹੋਇਆ ਹੈ। ਉਸ ਦੀ ਹੋਂਦ ਸਦਾ ਕਾਇਮ ਰਹਿਣ ਵਾਲੀ ਹੈ।
ਗੁਰੂ ਦੇ ਪ੍ਰਸਾਦ, ਗੁਰੂ ਦੀ ਮਿਹਰ ਦਾ ਸਦਕਾ ਐਸੇ ਸਰਵ ਵਿਆਪੀ ਪਰਮੇਸ਼ਰ ਦੀ ਸੋਝੀ, ਉਸ ਦਾ ਗਿਆਨ, ਉਸ ਦਾ ਅਨੁਭਵ ਮਨੁੱਖ ਨੂੰ ਹੁੰਦਾ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਮਨੁੱਖੀ ਮਨ ਦੀ ਅਵਸਥਾ ਨੂੰ ਬਿਆਨ ਕਰਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਗੁਰੂਦੇਵ ਜੀ ਨੇ ਆਪਣੇ ਮੁਬਾਰਕ ਸ਼ਬਦ ਵਿੱਚ ਵੀ ਕੁਝ ਐਸੇ ਭਾਵ ਵਰਤੇ ਹਨ ਜਿੱਥੇ ਸਤਿਗੁਰੂ ਜੀ ਮਨ ਦੀ ਦਸ਼ਾ ਦਾ ਬਿਆਨ ਕਰਦਿਆਂ ਹੋਇਆਂ ਆਖਦੇ ਨੇ, ਇਹ ਮਨ ਵਿਕਾਰਾਂ ਦੇ ਪ੍ਰਭਾਵ ਥੱਲੇ ਮੰਦੀਆਂ ਸੋਚਾਂ ਵਿੱਚ ਗਲਤਾਨ ਹੈ। ਹੇ ਮੇਰੇ ਮਾਲਕ ਵਾਹਿਗੁਰੂ, ਰਹਿਮਤ ਕਰੋ, ਕਿਰਪਾ ਕਰੋ, ਇਸ ਮਨ ਦੀ ਦਸ਼ਾ ਸੁਧਰ ਜਾਏ, ਇਸ ਮਨ ਦੀ ਅਵਸਥਾ ਵਿੱਚ ਕੁਝ ਫਰਕ ਪੈ ਜਾਏ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਹੁਤਾਤ ਰੂਪ ਵਿੱਚ ਮਨੁੱਖੀ ਮਨ ਨੂੰ ਮੁਖਾਤਬ ਹੋ ਕੇ, ਸੰਬੋਧਨ ਹੋ ਕੇ ਉਪਦੇਸ਼ ਬਖਸ਼ਦੀ ਹੈ। ਕਿਤੇ ਫਰਮਾਇਆ, ਇਹ ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ, ਇਹ ਮਨ ਚੰਚਲਾ ਚਤੁਰਾਈ ਕਿਰੈ ਨਾ ਪਾਇਆ। ਕਿਤੇ ਸਤਿਗੁਰੂ ਨੇ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ ਵੀ ਕਿਹਾ। ਕਿਤੇ ਇਹ ਵੀ ਕਿਹਾ, ਮਨ ਕਰ ਹਲਾ ਪਰਦੇਸੀਆ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਪਰਦੇਸੀ ਆਪਾਂ ਕਹਿੰਦੇ ਜਿਹੜਾ ਦੇਸ਼ ਤੋਂ ਬਾਹਰ ਹੋਵੇ, ਜਿਹੜਾ ਮਨ ਆਪਣੇ ਨਿੱਜ ਭਾਵ ਤੋਂ ਹਮੇਸ਼ਾ ਹੀ ਆਸੇ ਪਾਸੇ ਭਟਕਦਾ ਹੈ, ਜੀਵਨ ਮਨੋਰਥ ਤੋਂ ਆਸੇ ਪਾਸੇ ਖੁੰਝਦਾ ਹੈ, ਥਾਂ ਥਾਂ ਦੀ ਭਟਕਣਾ ਵਿੱਚ ਗਲਤਾਨ ਹੈ, ਵਿਸ਼ੇ ਵਿਕਾਰਾਂ ਵਿੱਚ, ਮੰਦੀਆਂ ਸੋਚਾਂ ਵਿੱਚ, ਮੰਦੇ ਵਿਚਾਰਾਂ ਵਿੱਚ। ਉਹਨੂੰ ਕਿਹਾ ਵੀ ਘਰ ਵਿੱਚ ਨਾ ਟਿਕਣ ਵਾਲਾ ਪਰਦੇਸੀ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਿਤੇ ਸਤਿਗੁਰੂ ਮਹਾਰਾਜ ਨੇ ਇਸ ਮਨ ਦੇ ਪ੍ਰਥਾਏ ਵੀ ਕਿਹਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਭਾਵ ਇਹ ਹੈ ਕਿ ਸਤਿਗੁਰੂ ਮਹਾਰਾਜ ਮਨ ਨੂੰ ਸੰਬੋਧਨ ਹੁੰਦੇ ਹਨ। ਮਨ ਹੈ ਕੀ? ਮਨ ਖਿਆਲਾਂ ਦਾ, ਵਿਚਾਰਾਂ ਦਾ, ਸੋਚਾਂ ਦਾ, ਯਾਦਦਾਸ਼ਤ ਦਾ ਸੰਗ੍ਰਹਿ ਹੈ, ਘਰ ਹੈ। ਵਿਚਾਰਵਾਨ ਵਿਦਵਾਨਾਂ ਨੇ ਮਨ ਦੇ ਦੋ ਭੇਦ ਮੰਨੇ ਹਨ, ਕੌਨਸ਼ੀਅਸ ਮਨ ਔਰ ਸਬ ਕੌਨਸ਼ੀਅਸ ਮਨ, ਜਿਸ ਨੂੰ ਆਪਾਂ ਅਚੇਤ ਮਨ ਅਤੇ ਸੁਚੇਤ ਮਨ ਆਖਦੇ ਹਾਂ। ਸੁਚੇਤ ਮਨ ਹੈ, ਆਪਾਂ ਇੱਥੇ ਬੈਠੇ ਹਾਂ, ਸਾਨੂੰ ਪਤਾ ਹੈ, ਅਸੀਂ ਰਸਤੇ 'ਚ ਤੁਰ ਰਹੇ ਹਾਂ, ਅਸੀਂ ਕੁਝ ਖਾ ਰਹੇ ਹਾਂ, ਅਸੀਂ ਕਿਸੇ ਨਾਲ ਗੱਲ ਕਰ ਰਹੇ ਹਾਂ। ਇਹ ਕੌਨਸ਼ੀਅਸ ਮਨ ਭਾਵ ਸੁਚੇਤ ਮਨ ਦੀ ਪ੍ਰਕਿਰਿਆ ਹੈ। ਜੋ ਕੁਝ ਤੁਹਾਡੀ ਅੰਦਰ ਯਾਦਾਂ ਟਿਕੀਆਂ ਨੇ, ਖਿਆਲ ਪਏ ਨੇ, ਵਿਚਾਰ ਫੁਰਨੇ ਪਏ ਨੇ, ਸਾਂਭੇ ਪਏ ਨੇ ਜਿੱਥੇ, ਉਸ ਭਾਗ ਨੂੰ, ਉਸ ਹਿੱਸੇ ਨੂੰ ਸਬ ਕੌਨਸ਼ੀਅਸ ਮਨ, ਅਚੇਤ ਮਨ ਕਿਹਾ ਜਾਂਦਾ ਹੈ। ਇਸ ਨੂੰ ਸਮਝਣਾ ਹੋਵੇ ਤਾਂ ਇੱਕ ਉਦਾਹਰਣ ਮਾਤਰ ਕਾਫੀ ਹੈ। ਤੁਸੀਂ ਬੈਠੇ ਹੋਏ ਹੋ, ਤੁਹਾਨੂੰ 10 ਸਾਲ 20 ਸਾਲ ਪੁਰਾਣੀ ਗੱਲ ਚੇਤੇ ਆਈ, ਉਹ ਥਾਂ ਚੇਤੇ ਆਈ, ਮਨੁੱਖ ਚੇਤੇ ਆਏ, ਉਹਨਾਂ ਦਰਮਿਆਨ ਹੋਈ ਘਟਨਾ ਚੇਤੇ ਆਈ। ਆਖਰ ਉਹ ਕਿੱਥੇ ਪਈ ਹੋਈ ਸੀ ਜਿਹੜੀ 10 ਸਾਲ ਬਾਅਦ, 20 ਸਾਲ ਬਾਅਦ ਅੱਜ ਵੀ ਤੁਹਾਨੂੰ ਹੂਬਹੂ ਯਾਦ ਹੈ? ਉਹ ਕਿੱਥੇ ਸਾਂਭੀ ਗਈ ਸੀ? ਕਿੱਥੇ ਟਿਕੀ ਹੋਈ ਸੀ? ਉਹ ਵੀ ਮਨ ਦੇ ਅਚੇਤ ਭਾਗ ਵਿੱਚ ਹੈ। ਜਿਵੇਂ ਅਸੀਂ ਕੁਝ ਚੀਜ਼ਾਂ ਹੁੰਦੀਆਂ ਨਾ ਘਰ ਦੇ ਵਿੱਚ, ਇੱਕ ਕੱਪੜੇ ਉਹ ਨੇ ਜਿਹੜੇ ਪਾਏ ਨੇ, ਦੂਜੇ ਉਹ ਨੇ ਜਿਹੜੇ ਕਲੋਜ਼ਟ ਵਿੱਚ, ਅਲਮਾਰੀ ਵਿੱਚ ਤਹਿ ਲਾ ਕੇ ਰੱਖੇ ਨੇ। ਤੁਸੀਂ ਵਿਆਹ 'ਤੇ ਜਾਂਦੇ ਹੋ, ਉਹੋ ਜਿਹੇ ਕੱਪੜੇ ਪਾ ਜਾਂਦੇ ਹੋ। ਤੁਸੀਂ ਕਿਸੇ ਹੋਰ ਜਗ੍ਹਾ 'ਤੇ ਜਾਂਦੇ ਹੋ, ਜਗ੍ਹਾ ਮੁਤਾਬਕ ਕੰਮ 'ਤੇ ਜਾਂਦੇ ਹੋ, ਉਹੋ ਜਿਹੇ ਕੱਪੜੇ ਕੱਢ ਕੇ ਉੱਥੋਂ ਪਾ ਜਾਂਦੇ ਹੋ। ਭਾਵ ਪਏ ਤੇ ਨੇ ਨਾ, ਤਹਿ ਲਾ ਕੇ ਤੁਸੀਂ ਰੱਖੇ ਨੇ। ਲੋੜ ਪੈਣ ਦੇ ਉੱਤੇ ਤੁਸੀਂ ਉਹੋ ਜਿਹੇ ਵਸਤਰ, ਉਹੋ ਜਿਹੇ ਰੰਗ ਦੇ ਜੋ ਤੁਹਾਨੂੰ ਜੱਚਦੇ ਨੇ, ਚੰਗੇ ਲੱਗਦੇ ਨੇ, ਤੁਹਾਡਾ ਮਨ ਕਰਦਾ ਤੁਸੀਂ ਪਾ ਕੇ ਚਲੇ ਗਏ। ਇਸੇ ਤਰ੍ਹਾਂ ਸਾਡੇ ਅੰਦਰ ਵੀ ਵਿਚਾਰਾਂ ਦੀ ਤਹਿ ਲੱਗ ਕੇ ਐਨ ਸਟੋਰ ਕੀਤਾ ਹੋਇਆ ਸਾਰਾ ਕੁਝ। ਤੁਸੀਂ 10 ਸਾਲ ਪੁਰਾਣੀ ਗੱਲ ਨੂੰ ਚੇਤੇ ਕਰਦੇ ਹੋ, ਉਦਾਸ ਹੋ ਜਾਂਦੇ ਹੋ। 15 ਸਾਲ ਪੁਰਾਣੀ ਗੱਲ ਚੇਤੇ ਕਰਦੇ ਹੋ, ਖੁਸ਼ ਹੋ ਜਾਂਦੇ ਹੋ। 20 ਸਾਲ ਪੁਰਾਣੀ ਗੱਲ ਚੇਤੇ ਕਰਦੇ ਹੋ, ਵੈਰਾਗ ਵਿੱਚ ਆ ਜਾਂਦੇ ਹੋ।
हर चीज़ तुहाडे मन ने स्टोर करके रखी। जदों जिहो जी चीज़ चेते आ जाती है उहो जिहा तुसीं रिएक्ट करते हो, तुहाडा प्रभाव, तुहाडे जज्बात छलक पैंदे ने। इसे तरह बिरतियां भी स्टोर करके रखियां, चंगियां माड़ियां बिरतियां, चंगे माड़े ख्याल, चंगियां माड़ियां आदतां, चंगे माड़े संस्कार, हर चीज़, संकल्प विकल्प, चंगा बुरा, हर चीज़ तुहाडे अंदर पई है। जिहड़ी चीज़ तुहाडे सामने आ जाती तुसीं उहनूं वरत लैंदे हो, उसनूं खा लैंदे हो, उसनूं पहन लैंदे हो, तुहाडे सामने आ गई, तुसीं उहनूं यूज़ कर लिया, हंडा लिया। विकार आया है मन विच, हंडा लिया। चंगा ख्याल आया है, हंडा लिया, तुसीं चंगे हो गए। इसे तरह पातशाह कहते हैं पर ये जो कुछ तुसीं अंदर सुटिया वो तुसीं वरतदे हो। जिहड़ा बीज तुसीं जमीन दे विच पाया है उही फसल उगदी है। ये हुण असीं वेखना है भी असीं अपने अंदर दी स्टोरेज नूं भी बदल सकते हैं। है बहुत औखा काम, पर बदलना होवे तो बदलिया जा सकता। बड़ा जोर तो लगता है, पर यही तो घालना है, यही तो मशक्कत है। जिनी नाम ते आया गए मशक्कत घाल। अपने मन की मैल नूं ला के, मन नूं साफ करके, मन दे अंदर दे गंद नूं कढ़ना, फिर उस मन दे अंदर चंगियां चीज़ां भरनियां, काम तो औखा है। उवें जिवें कोई भांडा पहलां किसी चीज़ नाल भरिया तो उहनूं डोलोगे, फिर मांजोगे, सवारोगे, फिर नवीं चीज़ उहदे च पाओगे। यही दशा तो साडे अंतरात्मे दी, मन दी है। पातशाह जी उन्होंने कहते हैं भी जदों इन्ना कुछ माड़ा भर लिया जाए तो बड़ी वड्डी खराबी पैदा हो जाती है फिर जीवन में। क्योंकि जो तुहाडे कोल जो जी होए सो उगवे, जो जी होए सो उगवे। मुँह का कहया वाओ। बाकी तो गल्लां साडियां मुँह का कहया वाओ का मतलब हुंदा है हवा समान ने, मुँह तो जो मर्जी कही जाइए। गल तो टिकी हुई है भी जो साडे अंदर है वरतना असी हो है, खर्चना असी हो है, फील असी वो करना है, हंडाउणा असी वो है। मुख तो असी सारे गुरमुख भी हाँ, भले भी हाँ, भद्र पुरुष भी हाँ। हर माड़ा कौन है इत्थे संसार च? कोई भी नहीं, सारे ही चंगे हैं, सारे ही भले हैं। इस गल नूं परखना होवे तो मन लो असी दो बंदे बैठे गल्लां करिए ना, असी अपनियां भलाइयां ही गिनाई जावांगे। मैं फलाने दा आ भला कीता, फलाने दा आ कीता, आ कीता, आ कीता। दूजा भी आखेगा, तुहानूं इवें लगेगा दो महापुरख बैठे ने, संत बैठे ने, इन्हां दे मन च रती मैल नहीं, इन्हां दे कर्म विच किते खोट नहीं। तुसीं उन्हां नूं उठाओ 10 होर लै आओ, वो भी इवें करनगे। 10 उठाओ 1000 लै आओ, भी तुहानूं लगेगा सारी दुनिया संतां नाल भरी पई है। किन्ने भले लोग ने इस शहर विच, किन्ने भले लोग ने इस कौम विच, किन्ने भले लोग ने इस पिंड विच, इस देश विच, इस धरती उत्ते। फिर चोरी कौन कर जाता है? फिर ठगियां कौन मार जाता है? कतल कौन करता है? फिर ईरखा कौन करता है? फिर नफरत कौन करता है? वो तो मुँह का कहया वाऊ है ना। जबान तो हर कोई कहेगा मैं भला हाँ, मैं चंगा हाँ, पर साडा कर्म है जिहड़ा वो दसेगा भी असी की हाँ। तो कर्म किवें बनदा है? साडे अंदर जो भरिया पिया है, जिहदी असी प्रैक्टिस करनी है, वो साडे अंदर मटीरियल मौजूद है जिन्हों असी यूज़ करना है। वो है साडा चिंतन, वो है साडे मन अंदर जो है ख्याल, विचार शक्ति, चिंतन है जिहो जिहा साडा, सुरत है जिहो जी साडी, उहो जिहा असी विहार रिएक्ट करांगे। जे ही सुरत ती है राह जाए। बाबा रविदास साहब ने बेसिक गल फड़ी, बेसिक जो साडे जीवन दे मुख कर्म दे पिछे जो चीज़ खेड वरत रही है उसकी गल कही। कहन लगे नाथ कछू ना जानो, मन माया कै हाथ बिकानो। हे नाथ, हे मालिक, मैं कुछ करन जोगा नहीं रहा, मेरी ताकत, मेरा आत्मक बल बड़ा घट गया। जिवें तुहाडे सामने तकड़ा बंदा होवे ना,
ਤੁਹਾਨੂੰ ਮਾਰਨ ਲਈ ਆ ਰਿਹਾ ਹੋਵੇ ਤੇ ਤੁਹਾਨੂੰ ਪਤਾ ਹੋਵੇ ਹਥਿਆਰ ਵੀ ਬੜਾ ਤਕੜਾ ਹੈ, ਮਾਰਨ ਵਾਲਾ ਬੰਦਾ ਵੀ ਬੜਾ ਪਾਵਰਫੁਲ ਹੈ, ਤਾਕਤਵਰ ਹੈ, ਨਾ ਮੈਂ ਭੱਜ ਸਕਦਾ ਇਹਦੇ ਕੋਲ, ਨਾ ਮੈਂ ਇਹਦੇ ਨਾਲ ਲੜ ਸਕਦਾ, ਤੁਹਾਨੂੰ ਉਦੋਂ ਕਿਆਸ ਹੁੰਦਾ ਵੀ ਤੁਹਾਡੀ ਆਪਣੀ ਔਕਾਤ, ਸਮਰੱਥਾ, ਪਾਵਰ ਕਿੰਨੀ ਹੈ। ਵੈਸੇ ਅਸੀਂ ਸਾਰੇ ਬਲਵਾਨ ਹਾਂ, ਖਾਲੀ ਮੈਦਾਨ ਹੋਵੇ ਤੇ ਅਸੀਂ ਸਾਰੇ ਪਹਿਲਵਾਨ ਹਾਂ। ਸਾਡੇ ਸਾਹਮਣੇ ਮੁਸੀਬਤ ਖੜੀ ਹੋਵੇ ਨਾ, ਸਾਨੂੰ ਉਦੋਂ ਪਤਾ ਲੱਗਦਾ ਵੀ ਮੇਰੀ ਹੁਣ ਪਾਇਆ ਕਿੰਨੀ ਕੁ ਹੈ, ਨਾ ਮੈਂ ਇਹ ਤੋਂ ਭੱਜਣ ਜੋਗਾ ਤੇ ਨਾ ਮੈਂ ਇਹਦੇ ਨਾਲ ਲੜਨ ਜੋਗਾ, ਮੁਕਾਬਲਾ ਹੀ ਕੋਈ ਨਹੀਂ, ਤੈਅ ਹੈ ਵੀ ਮੈਂ ਇਹਦੇ ਸਾਹਮਣੇ ਮੈਨੂੰ ਮਰਨਾ ਹੀ ਪਏਗਾ। ਉਸ ਵੇਲੇ ਤੁਹਾਡੇ ਅੰਦਰੋਂ ਇੱਕ ਫੀਲਿੰਗ ਨਿਕਲਦੀ ਹੈ ਵੀ ਮੇਰੀ ਕੋਈ ਬੋੜੀ ਕਰੇ, ਮੇਰੀ ਕੋਈ ਮਦਦ ਕਰੇ, ਮੈਂ ਕਿੱਥੇ ਜਾਵਾਂ। ਪਰ ਇਹ ਅਸੀਂ ਬਾਹਰ ਦੀਆਂ ਮੁਸ਼ਕਲਾਂ ਲਈ ਕਰਦੇ ਹਾਂ। ਜੀਵਨ ਨੂੰ ਸਵਾਰਨ ਵਾਲੇ ਪਾਸੇ ਜਦੋਂ ਤੁਰਨਾ ਤਾਂ ਵੀ ਤੁਹਾਨੂੰ ਆਪਣੇ ਅੰਦਰ ਦੇ ਖਤਰੇ ਨੂੰ ਭਾਂਪਣਾ ਤੇ ਸਮਝਣਾ ਪਏਗਾ ਵੀ ਜੀਵਨ ਨੂੰ ਇੱਕ ਹੋਰ ਖਤਰਾ ਵੀ ਦਰਪੇਸ਼ ਹੈ, ਜਿਹਨੇ ਸਾਰੀ ਦੁਨੀਆ ਨੂੰ ਹੀ ਖਲਜਗਣ ਚ ਪਾਇਆ ਹੋਇਆ, ਉਹ ਹੈ ਮਨ ਦੀ ਮਾੜੀ ਸਥਿਤੀ। ਅਸੀਂ ਆਪਣੀ ਜ਼ਿੰਦਗੀ ਵਿੱਚ ਮਨ ਦੀ ਚੜ੍ਹਦੀ ਕਲਾ ਲਈ ਜਾਂ ਮਨ ਦੇ ਤੰਦਰੁਸਤ ਹੋਣ ਦੀ ਕਦੇ ਅਰਦਾਸ ਨਹੀਂ ਕਰਦੇ। ਆਪਾਂ ਜਿੰਨੇ ਬੈਠੇ ਹਾਂ, ਆਪਾਂ ਸੋਚੀਏ ਆਪਣੇ ਅੰਦਰ ਝਾਤ ਮਾਰ ਕੇ, ਕਿੰਨੇ ਲੋਕ ਨੇ ਜਿਹੜੇ ਮਨ ਦੀ ਚੜ੍ਹਦੀ ਕਲਾ, ਮਨ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਨੇ। ਸਰੀਰ ਦੀ ਕਰਦੇ ਹਾਂ ਆਪਾਂ, ਮੈਂ ਵੀ ਐਵੇਂ ਕਰਦਾ, ਤੁਸੀਂ ਵੀ ਕਰਦੇ ਹੋਵੋਗੇ। ਜੇ ਨਹੀਂ ਕਰਦੇ ਤਾਂ ਬਹੁਤ ਵੱਡੀ ਗੱਲ ਹੈ। ਅਸੀਂ ਸਾਰੇ ਇਹ ਕਹਿੰਦੇ ਹਾਂ ਬਾਹਾਂ ਨਾ ਦੁਖਣ, ਲੱਤਾਂ ਨਾ ਦੁਖਣ, ਗੋਡੇ ਨਾ ਦੁਖਣ, ਸਿਰ ਨਾ ਦੁਖੇ, ਬੁਖਾਰ ਨਾ ਚੜ੍ਹੇ, ਜ਼ੁਕਾਮ ਨਾ ਹੋਵੇ, ਕੋਈ ਬਿਮਾਰੀ ਨਾ ਲੱਗੇ, ਜੇ ਲੱਗੀ ਹੈ ਤਾਂ ਲੈ ਜਾਏ। ਕੋਈ ਹੈ ਐਸਾ ਜਿਹੜਾ ਆਖਦਾ ਮਹਾਰਾਜ ਮਨ ਬਿਮਾਰ ਹੈ, ਮਨ ਰੋਗੀ ਹੈ, ਇਸ ਰੋਗੀ ਮਨ ਦੀ ਤੰਦਰੁਸਤੀ ਬਖਸ਼ਿਸ਼ ਕਰੋ। ਮਨ ਕਮਜ਼ੋਰ ਹੈ, ਮਨ ਤਾਕਤਵਰ ਹੋ ਜਾਏ। ਸਤਿਗੁਰੂ ਅਸੀਂ ਸਾਰੇ ਬਾਹਰ ਦੇ ਦੁਸ਼ਮਣਾਂ ਤੋਂ ਚਾਰਾਜੋਈ ਕਰਦੇ, ਗੁਆਂਢੀ ਤਕੜਾ ਹੈ, ਰਿਸ਼ਤੇਦਾਰ ਵੱਡਾ ਹੈ, ਜ਼ੋਰਾਵਰ ਹੈ, ਮਹਾਰਾਜ ਬਚਾਓ, ਕੋਈ ਮੁਕੱਦਮਾ ਨਾ ਗਲ ਪੈ ਜਾਏ, ਕੋਈ ਲੜਾਈ ਨਾ ਗਲ ਪੈ ਜਾਏ। ਪਰ ਕੁਝ ਹੋਰ ਵੀ ਦੁਸ਼ਮਣ ਨੇ ਜਿਹੜੇ ਅਸੀਂ ਖੁਦ ਪਾਲਦੇ ਹਾਂ, ਸਾਡੇ ਅੰਦਰ ਨੇ, ਉਹਨਾਂ ਲਈ ਕਦੇ ਅਸੀਂ ਅਰਦਾਸ ਨਹੀਂ ਕਰਦੇ। ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਹਾਰਾ। ਇਹ ਸ਼ਬਦ ਦੇ ਭਾਵ ਉਦੋਂ ਅਸੀਂ ਤਾਂ ਦੁਸ਼ਮਣ ਸਮਝੇ ਹੀ ਬਾਹਰ। ਇਹ ਅਰਦਾਸ ਕੇਵਲ ਭਗਤ ਕਰਦਾ ਹੈ, ਗੁਰਮੁਖ ਕਰਦਾ ਹੈ, ਜਿਨ੍ਹਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ ਕੇਵਲ ਉਹਨਾਂ ਕੀਤੀ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਬੜੀ ਅਲੱਹਦਾ ਕਿਸਮ ਦੀ ਮਨ ਦੀ ਵਿਆਖਿਆ ਵੀ ਕਰ ਰਹੇ ਨੇ ਔਰ ਆਪਣੀ ਆਜਜੀ, ਆਪਣੀ ਇੱਕ ਕਿਸਮ ਦੀ ਬੇਨਤੀ ਵੀ ਗੁਜ਼ਾਰ ਰਹੇ ਨੇ। ਉਹ ਕਹਿੰਦੇ ਨੇ, ਨਾਥ ਹੇ ਮੇਰੇ ਮਾਲਕ ਕਛੂ ਨਾ ਜਾਣੋ, ਮੈਂ ਕੁਝ ਕਰਨ ਜੋਗਾ ਨਹੀਂ, ਮੈਨੂੰ ਕੁਝ ਨਹੀਂ ਸੁੱਝ ਰਿਹਾ ਵੀ ਮੈਂ ਕਰਾਂ ਕੀ, ਮੈਂ ਜਾਵਾਂ ਕਿੱਥੇ, ਕੀ ਹੱਲ ਹੈ ਇਸ ਮੁਸ਼ਕਲ ਦਾ। ਸਵਾਲ ਹੈ ਵੀ ਮੁਸ਼ਕਲ ਕੀ ਹੈ? ਕਹਿੰਦੇ ਮਨ ਮਾਇਆ ਕੈ ਹਾਥ ਬੇਕਾਨਾ, ਮੇਰਾ ਮਨ ਮਾਇਆ ਦੇ ਹੱਥੋਂ ਵਿਕ ਗਿਆ। ਵਿਕ ਜਾਣ ਦਾ ਮਤਲਬ ਆਪਾਂ ਸਮਝਦੇ ਹਾਂ ਨਾ, ਕਿਸੇ ਚੀਜ਼ ਜਿਹੜਾ ਵਿਕਦਾ ਹੋਵੇ ਉਹ ਕਿਸੇ ਡੀਲ ਤੇ ਵਿਕੇਗਾ ਵੀ ਆਹ ਮੈਨੂੰ ਚਾਹੀਦਾ ਤੇ ਆਹ ਲਓ, ਆਹ ਚੀਜ਼ ਮੈਂ ਤੁਹਾਨੂੰ ਦੇਣਾ। ਅਸੀਂ ਜੌਬ ਕਰਦੇ ਹਾਂ, ਸਮਾਂ ਵੇਚਦੇ ਹਾਂ ਨਾ ਲਾਈਫ ਦਾ, 8 ਘੰਟੇ ਅਸੀਂ ਤੁਹਾਨੂੰ ਦਿਆਂਗੇ ਆਪਣੀ ਜ਼ਿੰਦਗੀ ਦੇ, ਇੰਨੀ ਪੇ ਸਾਨੂੰ ਦੇ ਦਿਓ। ਤੁਸੀਂ ਸਮੇਂ ਦੀ ਕੁਰਬਾਨੀ ਕਰਦੇ ਹੋ ਤੇ ਪੈਸਾ ਮਿਲਦਾ। ਇੱਦਾਂ ਹੀ ਹੁੰਦਾ ਹੈ ਨਾ, ਬੀਜ ਆਪਣੀ ਕੁਰਬਾਨੀ ਕਰਦਾ ਹੈ, ਆਪਣੀ ਹੋਂਦ ਮਿਟਾਉਂਦਾ ਹੈ, ਤਾਂ ਪੌਦਾ ਜਾਂ ਫਸਲ ਪੈਦਾ ਹੁੰਦੀ ਹੈ। ਸੰਸਾਰ ਵਿੱਚ ਕੋਈ ਚੀਜ਼ ਨਹੀਂ ਐਸੀ ਜਿਹੜੀ ਆਪਣਾ ਵਜੂਦ ਨਾ ਮਿਟਾਏ ਤੇ ਬਿਨਾਂ ਵਜੂਦ ਮਿਟਾਉਣ ਤੋਂ ਕੁਝ ਹਾਸਲ ਕਰ ਲੈ। ਇਹ ਕੁਦਰਤ ਦਾ ਨਿਯਮ ਹੈ। ਇੱਥੇ ਦਿਨ ਰਾਤ ਨੂੰ ਖਾ ਜਾਂਦਾ, ਰਾਤ ਦਿਨ ਨੂੰ ਖਾ ਜਾਂਦੀ ਹੈ। ਸੰਸਾਰ 'ਚ ਕੋਈ ਚੀਜ਼ ਹੈ ਜਿਹਦੇ ਕੋਈ ਆਪੋਜੀਸ਼ਨ ਨਾ ਹੋਵੇ, ਜਿਹਦੀ ਕੁਰਬਾਨੀ ਤੋਂ ਬਿਨਾਂ ਦੂਜੀ ਚੀਜ਼ ਹਾਸਲ ਹੋ ਜਾਏ। ਕੁਦਰਤ ਵਿੱਚ ਕੁਝ ਵੀ ਨਹੀਂ ਹੈ ਐਸਾ। ਇਹੀ ਅਸੂਲ ਜਿਹੜਾ ਇੱਥੇ ਕੰਮ ਕਰਦਾ ਹੈ। ਮਨ ਜੇ ਵਿਕੇ ਮਾਇਆ ਦੇ ਹੱਥੋਂ ਤੇ ਮਨ ਨੇ ਕੀ ਲਿਆ ਹੋਏਗਾ ਭਲਾ? ਸੋਚੋ। ਮਨ ਨੇ ਭੋਗੇ ਨੇ ਚਸਕੇ, ਮਨ ਨੇ ਲਿਆ ਹੈ ਰਸ, ਉਹਦੇ ਇਵਜ਼ ਦੇ ਵਿੱਚ ਇਹਨੇ ਦੁੱਖ ਪੱਲੇ ਪਾ ਲਏ ਨੇ। ਜਿਵੇਂ ਮੈਂ ਉਦਾਹਰਣ ਦੇਣਾ, ਬੰਦਾ ਅਮਲੀ ਹੋ ਜਾਏ, ਕੋਈ ਨਸ਼ਾ ਲਾ ਲਏ ਆਪਣੇ ਆਪ ਨੂੰ,
ਹੁਣ ਉਹ ਜਿਹੜਾ ਟੇਸਟ ਹੈ, ਉਹ ਜਿਹੜਾ ਚਸਕਾ ਹੈ, ਜੇ ਉਹਨੇ ਭੋਗਣਾ ਹੈ ਤਾਂ ਉਹਨੂੰ ਕੁਰਬਾਨੀ ਕੀ ਦੇਣੀ ਪਏਗੀ, ਇਹ ਉਹ ਜਾਣਦਾ ਹੈ। ਲਾਈਫ ਦਾ ਕੀਮਤੀ ਸਮਾਂ ਦੇਣਾ ਪਏਗਾ, ਸਰੀਰ ਦੀ ਤੰਦਰੁਸਤੀ ਦੇਣੀ ਪਏਗੀ, ਮਿਹਨਤ ਦੀ ਕਮਾਈ ਦੇਣੀ ਪਏਗੀ, ਆਪਣੀ ਇੱਜ਼ਤ ਆਬਰੂ ਦੇਣੀ, ਸਭ ਕੁਝ ਦੇਣਾ ਪਏਗਾ ਜੇ ਉਹਨੇ ਪੱਕੇ ਅਮਲੀ ਬਣ ਕੇ ਰਹਿਣਾ। ਕਿੰਨਾ ਕੁਝ ਉਹਨੂੰ ਸਹਿਣਾ ਪੈਂਦਾ ਹੈ ਜੀ, ਫਿਰ ਵੀ ਉਹ ਆਪਣੇ ਚਸਕੇ ਦੇ ਉੱਤੇ ਕੇਂਦਰਿਤ ਹੈ। ਉਹ ਸਵਾਦ, ਉਹ ਟੇਸਟ ਉਹਦੀ ਜ਼ਿੰਦਗੀ ਨੂੰ ਆਪਾਂ ਕਹਿੰਦੇ ਇਹ ਤਾਂ ਬੰਦਾ ਵਿਕ ਗਿਆ ਨਸ਼ੇ ਦੇ ਹੱਥੋਂ, ਬਰਬਾਦ ਹੋ ਗਿਆ। ਉਹਦੇ ਬਦਲੇ 'ਚ ਉਹਨੇ ਕੀ ਪਾਇਆ? ਚਸਕੇ ਦੇ ਬਦਲੇ ਵਿੱਚ ਉਹਨੇ ਤਕਲੀਫਾਂ, ਦੁੱਖ, ਰੋਗ, ਬਿਮਾਰੀਆਂ, ਮਿਹਨਤ ਦੀ ਕਮਾਈ ਖਤਮ ਕਰਕੇ ਗਰੀਬੀ ਤੇ ਗੁਰਬਤ, ਪਰੇਸ਼ਾਨੀਆਂ, ਕਿੰਨਾ ਕੁਝ, ਲੜਾਈਆਂ, ਕਿੰਨਾ ਕੁਝ ਉਹਨੇ ਇਕੱਠਾ ਕੀਤਾ। ਪਰ ਜੇ ਚਸਕਾ ਲੈਣਾ ਸੀ ਤਾਂ ਫਿਰ ਤਾਂ ਇਹ ਦੇਣਾ ਹੀ, ਸਾਰਾ ਕੁਝ ਕਰਨਾ ਹੀ ਪਏਗਾ, ਸਹਿਣਾ ਵੀ ਪਏਗਾ। ਮਨ ਮਾਇਆ ਦੇ ਹੱਥੋਂ ਵਿਕਿਆ ਤੇ ਕੀ ਇਸ ਨੇ ਖੱਟੀ ਕਮਾਈ ਕੀਤੀ ਹੈ। ਫਿਰ ਅੱਗੇ ਲਿਖਦੇ ਨੇ, ਤੁਮ ਕਹੀਅਤ ਹੋ ਜਗਤ ਗੁਰ ਸੁਆਮੀ। हे ਮੇਰੇ ਮਾਲਕ, ਤੂੰ ਸਾਰੇ ਜਗਤ ਦਾ ਮਾਲਕ ਹੈ, ਸੁਆਮੀ ਹੈ। ਹਮ ਕਹੀਅਤ ਕਲ ਜੋ ਕੇ ਕੰਮ। ਅਸੀਂ ਭੈੜੀ ਬਿਰਤੀ ਤੇ ਭੈੜੀ ਬਿਰਤੀ ਕਾਰਨ ਮਾੜੀ ਸਿਚੁਏਸ਼ਨ ਕ੍ਰੀਏਟ ਕਰ ਲਈ, ਜਿਸ ਨੂੰ ਕਲਯੁਗ ਕਹਿੰਦੇ ਨੇ। ਤੇ ਇਸ ਹਾਲਾਤ ਦੇ ਵਿੱਚ ਅਸੀਂ ਕਾਮੀ ਆ, ਵਿਸ਼ਈ, ਵਿਕਾਰੀ। ਸਾਡੀ ਸੁਰਤ ਜਿਹੜੀ ਹੈ ਉਹਦਾ ਕੇਂਦਰ ਬਿੰਦੂ ਕੀ ਹੈ? ਵਿਸ਼ੇ, ਵਿਕਾਰ, ਚਸਕੇ ਭੋਗਣਾ। ਤੇਰੇ ਤੇ ਸਾਡੇ, ਤੂੰ ਜਗਤ ਦਾ ਸੁਆਮੀ ਹੈ ਤੇ ਅਸੀਂ ਸੰਸਾਰ ਦੇ ਵਿਸ਼ਈ, ਕਾਮੀ, ਬੁਰੇ। ਇਸ ਲਈ ਅੱਗੇ ਜਾ ਕੇ ਆਖਦੇ ਨੇ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰਜੀ ਤੇ ਅੰਤਰ ਪਾਰਿਓ। ਇਹਨਾਂ ਪੰਜਾਂ ਵਿਕਾਰਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ ਜੋ ਵਿਸ਼ੇ ਨੇ, ਵਿਕਾਰ ਨੇ, ਜਿਨ੍ਹਾਂ ਨੂੰ ਕਿਹਾ ਬੁਰਾਈ, ਇਹਨਾਂ ਦੇ ਗਹਿਰੇ ਪ੍ਰਭਾਵ ਥੱਲੇ ਮੇਰਾ ਮਨ ਵਿਗੜ ਗਿਆ। ਮਨ ਦੀ ਦਸ਼ਾ ਖਰਾਬ ਹੋ ਗਈ, ਬਿਰਤੀ ਵਿਗੜ ਗਈ। ਤੇ ਇਸ ਵਿਗੜੀ ਹੋਈ ਬਿਰਤੀ ਕਰਕੇ ਪਲ ਪਲ, ਹਰ ਸਾਹ, ਥੋੜੇ ਥੋੜੇ ਸਮੇਂ ਬਾਅਦ ਮੇਰੀ ਇੱਕ ਦੂਰੀ ਤੇਰੇ ਨਾਲੋਂ ਹੀ ਮੇਰੇ ਮਾਲਕ ਬਣਦੀ ਜਾ ਰਹੀ। ਇੱਕ ਵਿਥ ਤੇਰੇ ਤੇ ਮੇਰੇ ਵਿਚਕਾਰ ਇੱਕ ਗੈਪ ਬਣਦਾ ਜਾ ਰਿਹਾ। ਸਾਡੀ ਸਾਂਝ ਤੇ ਰਿਲੇਸ਼ਨ ਖਰਾਬ ਹੁੰਦਾ ਜਾ ਰਿਹਾ, ਇੱਕ ਵਿਛੋੜਾ ਬਣਦਾ ਜਾ ਰਿਹਾ। ਜਤ ਦੇਖੋ ਤਤ ਦੁੱਖ ਕੀ ਰਾਸੀ। ਮੈਂ ਆਪਣੀ ਜ਼ਿੰਦਗੀ ਦੇ ਜਿਹੜੇ ਵੀ ਪਹਿਲੂ ਵਿੱਚ ਝਾਤ ਮਾਰਦਾ ਨਾ, ਜਿਹੜੇ ਵੀ ਪੱਖ ਝਾਤ ਮਾਰਦਾ, ਮੈਨੂੰ ਦੁੱਖਾਂ ਦੀ ਪੂੰਜੀ ਇਕੱਠੀ ਹੁੰਦੀ ਨਜ਼ਰ ਆਉਂਦੀ ਹੈ। ਦੁੱਖ ਹੀ ਦੁੱਖ ਪੈਦਾ ਕਰ ਲਏ ਨੇ ਮੈਂ ਆਪਣੇ ਜੀਵਨ 'ਚ, ਜਿਹੜੇ ਮੇਰੇ ਮਨ ਦੀ ਭੈੜੀ ਵਾਦੀ ਕਰਕੇ ਪੈਦਾ ਹੋਏ। ਇਹਨਾਂ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ। ਅਜੋ ਨਾ ਪਤਿਆਏ ਨਿਗਮ ਭਏ ਸਾਖੀ। ਇਹ ਮਨ ਨੂੰ ਹੁਣ ਹੋਰ ਪਰਖਣ ਦੀ ਕੀ ਲੋੜ ਹੈ? ਇਹ ਮਨ ਅਜੇ ਵੀ ਨਹੀਂ ਭਤੀਜਦਾ ਚੰਗੇ ਪਾਸੇ। ਤੇ ਮੈਂ ਇਸ ਗੱਲ ਲਈ ਪੁਰਾਣੇ ਤਾਰੀਖ ਨੂੰ ਭੁਗਤਾਉਂਦਾ। ਨਿਗਮ, ਵੇਦ ਆਦਿਕ ਧਰਮ ਪੁਸਤਕਾਂ ਸਾਖੀ ਨੇ, ਗਵਾਹ ਨੇ ਵੀ ਬੰਦਾ ਕਿਵੇਂ ਥਿੜਕਦਾ ਹੈ ਤੇ ਕਿਵੇਂ ਆਪਣੇ ਆਪ ਨੂੰ ਦੁੱਖਾਂ ਵਿੱਚ ਪਾ ਲੈਂਦਾ ਹੈ। ਪੁਰਾਣੀਆਂ ਕੁਝ ਕਥਾਵਾਂ ਦੇ ਹਵਾਲੇ ਬਾਬਾ ਰਵਿਦਾਸ ਸਾਹਿਬ ਨੇ ਦਿੱਤੇ ਨੇ, ਕਿਉਂਕਿ ਭਾਰਤੀ ਲੋਕਾਂ ਦੀ ਜ਼ਬਾਨ 'ਤੇ ਸਨ, ਲੋਕਾਂ ਦੇ ਜ਼ਿਹਨ ਨਸ਼ੀਨ ਸਨ, ਚੇਤੇ ਵਿੱਚ ਸਨ। ਉਹ ਉਦਾਹਰਣਾਂ ਦੀ ਵਰਤੋਂ ਕਰਕੇ ਉਹਨਾਂ ਨੇ ਕੁਝ ਸਮਝਾਉਣ ਦਾ ਯਤਨ ਕੀਤਾ ਕਿ ਵਿਕਾਰ, ਵਿਸ਼ੇ, ਮੰਦੀ ਵਾਸ਼ਨਾ, ਭੈੜੇ ਫੁਰਨੇ ਕਿੰਨੇ ਪ੍ਰਬਲ ਨੇ। ਇਹਨਾਂ ਦੀ ਗ੍ਰਿਫਤ ਵਿੱਚ ਵੱਡੇ ਵੱਡੇ ਪੂਜੇ ਜਾਣ ਵਾਲੇ ਤਥਾਕਥਿਤ ਦੇਵਤੇ ਵੀ ਆਏ ਤੇ ਖੁਆਰ ਹੋਏ। ਉਦਾਹਰਣ ਦਿੱਤੀ ਹੈ, ਕਹਿਣ ਲੱਗੇ, ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਸ ਭਗ ਗਾਮੀ। ਇਹ ਕੁਝ ਕਥਾਵਾਂ ਨੇ ਪੁਰਾਣਾਂ ਵਿੱਚ, ਇਹ ਕੋਈ ਕੋਲੋਂ ਨਹੀਂ ਕਹੀਆਂ ਹੋਈਆਂ, ਇਹ ਉਹਨਾਂ ਦੇ ਗ੍ਰੰਥਾਂ ਵਿੱਚ ਦਰਜ ਨੇ। ਗੌਤਮ ਨਾਰ, ਗੌਤਮ ਤਪੇ ਦੀ ਇਸਤਰੀ ਵਿਸ਼ਈ ਹੋ ਗਈ, ਵਿਕਾਰੀ ਹੋ ਗਈ। ਉਹਨਾਂ ਦੀ ਕਥਾ ਮੁਤਾਬਕ ਉਸ ਨੂੰ ਸਰਾਪਤ ਹੋ ਕੇ ਜੂਨ ਭੋਗਣੀ ਪਈ ਪੱਥਰ ਦੀ। ਉਮਾਪਤ ਕਹਿੰਦੇ ਹਨ ਸ਼ਿਵ ਜੀ ਨੂੰ, ਪਾਰਵਤੀ ਦਾ ਪਤੀ, ਸੁਆਮੀ ਮਾਲਕ ਨੂੰ ਕਹਿੰਦੇ ਨੇ। ਬ੍ਰਹਮਾ ਆਪਣੀ ਧੀ ਉੱਤੇ ਮੋਹਿਤ ਹੋ ਗਿਆ, ਵਿਸ਼ਈ ਹੋ ਗਿਆ, ਕਾਮੀ ਹੋ ਗਿਆ। ਸ਼ਿਵ ਨੂੰ ਗੁੱਸਾ ਚੜ੍ਹਦਾ ਹੈ, ਉਹਦਾ ਸਿਰ ਵੱਢ ਦਿੰਦਾ ਹੈ। ਬ੍ਰਹਮ ਹੱਤਿਆ ਦਾ ਪਾਪ
ਲੱਗਦਾ ਹੈ ਤੇ ਉਹਦਾ ਸਿਰ ਉਹਦੇ ਹੱਥ ਨਾਲ ਜੁੜ ਜਾਂਦਾ ਹੈ। ਕਪਾਲ ਮੋਚਨ ਤੀਰਥ ਉੱਤੇ ਲੈਂਦਾ, ਉਹਨੂੰ ਕਪਾਲ ਮੋਚਨ ਕਹਿੰਦੇ ਹੀ ਤਾਂ ਨੇ। ਅਜੀਬ ਕਥਾ ਨੇ, ਕਹਾਣੀਆਂ ਨੇ। ਸਾਡੇ ਇਸ ਕਹਾਣੀ ਦੇ ਸੱਚ ਕੱਚ ਨਾਲ ਕੋਈ ਲੈਣ ਦੇਣ ਨਹੀਂ। ਸਵਾਲ ਇਹ ਹੈ, ਬ੍ਰਹਮਾ ਨੂੰ ਇੱਕ ਵਿਕਾਰ ਕਰਕੇ ਸਿਰ ਕਟਵਾਉਣਾ ਪੈਂਦਾ ਹੈ, ਉਹਦਾ ਸਿਰ ਕੱਟਣ ਬਦਲੇ ਸ਼ਿਵ ਨੂੰ ਸਜ਼ਾ ਭੋਗਣੀ ਪੈਂਦੀ ਹੈ। ਜਿਹੜਾ ਜਿਸ ਵਿਕਾਰ ਵਿੱਚ ਖਚਤ ਹੈ ਉਹਦੀ ਸਜ਼ਾ ਭੋਗ ਰਿਹਾ, ਉਸ ਵਿਸ਼ੇ ਦੀ ਕੀਮਤ ਚੁਕਾ ਰਿਹਾ। ਤੋ ਅੱਗੇ ਲਿਖਦੇ ਨੇ, ਸੀਸ ਧਰਮ ਸਹਸ ਭਗ ਗਾਮੇ। ਇੰਦਰ ਜਿਹੜਾ ਉਹ ਵਿਭਚਾਰੀ ਹੋ ਜਾਂਦਾ ਹੈ ਤੇ ਉਸ ਨੂੰ ਸਹਸ ਭਗ ਗਾਮੀ, ਸਹਿ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾ ਹੈ। ਹਜ਼ਾਰਾਂ ਭਗਾਂ ਦੇ ਨਿਸ਼ਾਨ ਉਹਦੇ ਸਰੀਰ ਉੱਤੇ ਬਣ ਜਾਂਦੇ ਨੇ, ਉਹ ਸ਼ਰਮਿੰਦਾ ਹੁੰਦਾ ਹੈ। ਇਹ ਸਾਰੇ ਇੰਦਰ ਵਰਗੇ ਦੇਵਤੇ, ਸ਼ਿਵ ਵਰਗੇ, ਬ੍ਰਹਮਾ ਵਰਗੇ, ਗੌਤਮ ਤਪੇ ਦੀ ਇਸਤਰੀ ਵਰਗੀਆਂ ਔਰਤਾਂ, ਜਾਨੀ ਕਿ ਸਾਰੇ ਕਰੈਕਟਰ ਪੁਰਾਣਾਂ ਦੇ ਨੇ। ਇਹਨਾਂ ਦੀਆਂ ਕਥਾਵਾਂ ਉੱਥੇ ਬਹੁਤ ਡੀਟੇਲ ਦੇ ਵਿੱਚ ਦਰਜ ਨੇ। ਤੇ ਕਾਤੋਂ ਦੁੱਖ ਭੋਗਦੇ ਨੇ, ਭਗਤ ਜੀ ਨੇ ਪਿਛਲੀ ਜੜ ਫੜੀ ਹੈ ਗੱਲ ਦੀ, ਕਥਾ ਦੀ, ਕਹਾਣੀ ਦੀ। ਉਹ ਕਥਾ ਦੀ ਜੜ ਇਹ ਹੈ ਵੀ ਬੁਰਾ ਕਰਦੇ ਨੇ ਤੇ ਭੋਗ ਵੀ ਰਹੇ ਨੇ, ਭਾਵੇਂ ਉਹ ਦੇਵਤੇ ਹੋਣ ਤੇ ਭਾਵੇਂ ਸਧਾਰਨ ਮਨੁੱਖ ਹੋਣ। ਜਿੱਥੇ ਵਿਕਾਰ ਆਏਗਾ, ਵਿਕਾਰ ਨੇ ਆਪਣਾ ਅਸਰ ਛੱਡਣਾ ਹੀ ਛੱਡਣਾ ਹੈ। ਤੁਸੀਂ ਇੱਕ ਸ਼ੀਸ਼ੀ ਦੇ ਉੱਤੇ ਅੰਮ੍ਰਿਤ ਲਿਖ ਦਿਓ, ਕੱਚ ਦੀ ਸ਼ੀਸ਼ੀ ਲੈ ਕੇ ਉਹਦੇ ਉੱਤੇ ਲੇਬਲ ਲਾ ਦਿਓ ਅੰਮ੍ਰਿਤ, ਤੇ ਵਿੱਚ ਤੁਸੀਂ ਜ਼ਹਿਰ ਪਾ ਲਓ। ਪੀਣ ਵਾਲੇ ਦੇ ਉੱਤੇ ਅਸਰ ਕਿਹੜੀ ਚੀਜ਼ ਕਰੇਗੀ? ਲੇਬਲ ਕਰੇਗਾ ਕਿ ਅੰਦਰ ਦੀ ਚੀਜ਼ ਕਰੇਗੀ? ਜੋ ਵਿੱਚ ਹੈ, ਜੋ ਪੀਤਾ ਗਿਆ ਉਹ ਕਰੇਗਾ ਨਾ, ਲੇਬਲ ਨੇ ਥੋੜ੍ਹੀ ਅਸਰ ਕਰਨਾ। ਲੇਬਲ ਤਾਂ ਦੱਸਣ ਲਈ ਹੈ। ਅੰਮ੍ਰਿਤ ਦਾ ਲੇਬਲ ਲਾ ਕੇ ਤੁਸੀਂ ਜ਼ਹਿਰ ਪੀਓਗੇ ਤੇ ਅਸਰ ਲੇਬਲ ਕਰੇਗਾ ਜਾਂ ਕੀ? ਲੇਬਲ ਤੁਹਾਡੀ ਅੱਖ ਨੂੰ ਚੰਗਾ ਲੱਗ ਸਕਦਾ, ਪਰ ਰਿਐਕਸ਼ਨ ਜਿਹੜਾ ਜ਼ਹਿਰ ਹੀ ਕਰੇਗਾ। ਤੋ ਵਿਸ਼ੇ ਵਿਕਾਰ ਭਾਵੇਂ ਦੇਵਤਾ ਖਵਾਉਣ ਵਾਲੇ ਦੇ ਅੰਦਰ ਹੋਵੇ, ਤੇ ਭਾਵੇਂ ਕੋਈ ਧਰਮ ਪਹਿਲਾਵਾ ਪਾਉਣ ਵਾਲੇ ਦੇ ਅੰਦਰ ਹੋਵੇ, ਤੇ ਭਾਵੇਂ ਕੋਈ ਲੱਖ ਦਾਵੇ, ਜਿਹੋ ਜਿਹੇ ਬਾਹਰੋਂ ਲੇਬਲ ਜਿਹੜੇ ਮਰਜ਼ੀ ਲਾ, ਜੋ ਅੰਦਰ ਹੈ ਤੁਹਾਡੇ, ਉਹਨੇ ਤੁਹਾਡੇ ਤੇ ਪ੍ਰਭਾਵ ਪਾਉਣਾ ਹੈ। ਗੁਰਮਤਿ ਆਖਦੀ ਅੰਦਰ ਨੂੰ, ਸੁਰਤ ਨੂੰ ਬਦਲ। ਤੋ ਸਤਿਗੁਰੂ ਜੀ ਸ਼ਬਦ ਵਰਤਦੇ ਨੇ, ਇਨ ਦੂਤਨ ਖਲ ਵੱਧ ਕਰ ਮਾਰਿਓ। ਇਹਨਾਂ ਵਿਸ਼ਿਆਂ ਨੇ, ਵਿਕਾਰਾਂ ਨੇ ਇਸ ਮੂਰਖ ਮਨ ਨੂੰ ਬੰਨ੍ਹ ਕੇ ਮਾਰ ਦਿੱਤਾ ਹੈ, ਭਾਵ ਬੜੀ ਤਕਲੀਫ ਦਿੱਤੀ ਹੈ, ਗ੍ਰਿਫਤ ਵਿੱਚ ਲੈ ਲਿਆ। ਵੱਡੋ ਨਿਲਾਜ ਅਜੋ ਨਹੀਂ ਹਾਰਿਓ। ਪਰ ਕਮਾਲ ਦੀ ਗੱਲ ਹੈ ਵੀ ਇਹ ਐਡਾ ਨਿਰਲੱਜ ਹੈ, ਇਹਨਾਂ ਬੇਸ਼ਰਮ ਮਨ ਹੈ ਵੀ ਇਹ ਵੀ ਹਾਰ ਨਹੀਂ ਮੰਨ ਰਿਹਾ। ਜਿੰਨੇ ਤਕਲੀਫ ਆ ਰਹੀ ਹੈ ਉਨੇ ਚਸਕੇ ਭੋਗੀ ਜਾ ਰਿਹਾ, ਹੁਣ ਛੁੱਟ ਨਹੀਂ ਰਿਹਾ ਚਸਕਾ। ਤੇ ਹੁਣ ਅਖੀਰ ਦੇ ਬੰਦ ਵਿੱਚ ਬੇਨਤੀ ਕਰਦੇ ਨੇ, ਕਹਿੰਦੇ ਨੇ, ਕਹਿ ਰਵਿਦਾਸ ਕਹਾਂ ਕੈਸੇ ਕੀਜੈ। ਕਿੱਥੇ ਜਾ ਕੇ ਕੀ ਕਰੀਏ? ਨਾ ਕੋਈ ਥਾਂ ਹੈ ਤੇ ਨਾ ਕੋਈ ਉਪਾਅ ਹੈ। ਇੱਕੋ ਹੀ ਉਪਾਅ ਹੈ, ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ। ਬਿਨਾਂ ਉਸ ਮਾਲਕ ਤੋਂ, ਅਕਾਲ ਪੁਰਖ ਸਰਵ ਵਿਆਪੀ ਪਰਮੇਸ਼ਰ ਤੋਂ ਕਿਸ ਦੀ ਸ਼ਰਨ ਲਈਏ, ਕਿਸ ਦੇ ਦਰ ਜਾਈਏ? ਇਸ ਕਰਕੇ ਉਸੇ ਨੂੰ ਬੇਨਤੀ ਕਰ ਰਿਹਾ, ਤੁਮ ਕਹੀਓ ਤੋ ਜਗਤ ਗੁਰ ਸੁਆਮੀ। ਇਹ ਸਾਰੇ ਜਗਤ ਦੇ ਮਾਲਕ ਰਘੁਨਾਥ, ਜਿਹੜਾ ਸਾਰੇ ਜਗਤ ਹੈ, ਉਹ ਹੈ ਮੇਰਾ ਰਘੁਨਾਥ, ਉਹ ਹੈ ਮੇਰਾ ਮਾਲਕ ਪਰਮੇਸ਼ਰ, ਅਕਾਲ ਪੁਰਖ, ਸਗਲ ਭਵਨ ਕਾ ਨਾਇਕ ਹੈ, ਜਿਹੜਾ ਆਪਣੇ ਨਾਮ ਦੀ ਦਾਤ ਬਖਸ਼ੋ ਤਾਂ ਕਿ ਮਨ ਦੀ ਸੁਰਤ, ਮਨ ਦੀ ਅਵਸਥਾ ਬਦਲੇ, ਸੁਰਤ ਬਦਲੇ, ਤੇ ਇਹਨਾਂ ਵਿਸ਼ੇ ਵਿਕਾਰਾਂ ਦੇ ਦੁੱਖਾਂ ਤੋਂ ਮੇਰੇ ਜੀਵਨ ਦਾ ਖਹਿੜਾ ਛੁੱਟੇ। ਸਤਿਗੁਰੂ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।